ਤੁਹਾਡਾ ਸਵਾਗਤ ਹੈਗਾ ਇੱਕ ਵਾਰ ਫਿਰ ਤੋਂ ਹਿਸਟਰੀ ਮਾਸਟਰ ਚੈਨਲ ਦੇ ਉੱਪਰ। ਕਲੀਅਰ ਜੀ। ਸੋ ਅੱਜ ਅਸੀਂ ਪੋਲੀਟੀਕਲ ਬਾਰੇ ਜਿਹੜਾ ਪੋਲੀਟੀਕਲ ਦਾ ਬੈਕਗਰਾਉਂਡ ਹੈਗਾ ਉਸ ਦੇ ਬਾਰੇ ਅਸੀਂ ਦੇਖਾਂਗੇ ਜੀ ਕਿ ਪੋਲੀਟੀਕਲ ਦਾ ਸਿਸਟਮ ਜਿਹੜਾ ਸੀਗਾ ਉਸ ਦਾ ਬੈਕਗਰਾਉਂਡ ਕੀ ਸੀਗਾ। ਭਾਰਤੀ ਸੰਵਿਧਾਨ ਦਾ ਜਿਹੜਾ ਭਾਰਤੀ ਸੰਵਿਧਾਨ ਬਣਿਆ ਉਸ ਦੇ ਅਕੋਰਡਿੰਗ ਭਾਰਤ ਦਾ ਜਿਹੜਾ ਇੱਕ ਸਿਸਟਮ ਆਪਰੇਟ ਹੋਇਆ ਸੀਗਾ ਉਸ ਦਾ ਬੈਕਗਰਾਉਂਡ ਹੈ ਕੀ ਸੀ ਉਸ ਦੇ ਬਾਰੇ ਆਪਾਂ ਜਾਣਾਂਗੇ। ਚਲੋ ਜੀ ਸਟਾਰਟ ਕਰਦੇ ਹੈਗੇ ਆ। ਕਲੀਅਰ ਜੀ। ਚਲੋ ਜੀ ਸਟਾਰਟ ਕਰਦੇ ਹਾਂ। ਤਾਂ ਇਸ ਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜਾ ਇੰਡੀਅਨ ਸੰਵਿਧਾਨ ਸੀਗਾ, ਭਾਰਤੀ ਜਿਹੜਾ ਸੰਵਿਧਾਨ ਸੀਗਾ ਉਹ ਇੱਦਾਂ ਨਹੀਂ ਬਣਿਆ, ਉਸ ਦਾ ਕੋਈ ਨਾ ਕੋਈ ਬੈਕਗਰਾਉਂਡ ਰਿਹਾ। ਦੇਖੋ ਹਰ ਕਿਸੇ ਦਾ ਬੈਕਗਰਾਉਂਡ ਜਿਹੜਾ ਹੁੰਦਾ ਗਾ ਉਸੇ ਤਰ੍ਹਾਂ ਅਸੀਂ ਹਿਸਟੋਰੀਕਲ ਜਿਹੜਾ ਬੈਕਗਰਾਉਂਡ ਹੈਗਾ ਕਿਸ ਦਾ, ਭਾਰਤੀ ਸੰਵਿਧਾਨ ਦਾ, ਉਸ ਦੇ ਬਾਰੇ ਦੇਖਦੇ ਹੈਗੇ ਕਿ ਭਾਰਤੀ ਸੰਵਿਧਾਨ ਕਿਸ ਤਰ੍ਹਾਂ ਜਿਹੜਾ ਬਣਿਆ ਸੀਗਾ। ਕਲੀਅਰ ਜੀ। ਚਲੋ ਸਟਾਰਟ ਕਰਦੇ ਹਾਂ। ਚਲੋ ਜੀ ਦੇਖੋ ਸਭ ਤੋਂ ਪਹਿਲਾਂ ਅਸੀਂ ਜੇਕਰ ਗੱਲ ਕਰਦੇ ਹੈਗੇ ਕਿ ਜਿਹੜਾ ਭਾਰਤੀ ਸੰਵਿਧਾਨ ਹੈਗਾ ਗਾ ਉਹ ਸਾਰਾ ਦਾ ਸਾਰਾ ਜੇਕਰ ਅਸੀਂ ਗੱਲ ਕਰੀਏ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੀ ਪਾਰਲੀਮੈਂਟ ਇੰਗਲੈਂਡ ਦੇ ਵਿੱਚ ਹੈਗੀ ਆ ਉੱਦਾਂ ਦਾ ਹੀ ਸਿਸਟਮ ਜਿਹੜਾ ਸਾਡੇ ਇੰਡੀਆ ਦੇ ਵਿੱਚ ਹੈਗਾ। ਕਲੀਅਰ। ਇਟ ਮੀਨਸ ਦੀ ਸ਼ੁਰੂਆਤ ਆ ਜਿਹੜੀ ਹੁੰਦੀ ਹੈਗੀ ਈਸਟ ਇੰਡੀਆ ਕੰਪਨੀ ਤੋਂ ਹੁੰਦੀ ਆ। ਦੇਖੋ ਈਸਟ ਇੰਡੀਆ ਕੰਪਨੀ ਜਿਹੜੀ 1600 ਦੇ ਵਿੱਚ ਅਸੀਂ ਦੇਖਦੇ ਹੈਗੇ ਆ ਜਿਹੜੀ ਬਣਦੀ ਹੈਗੀ ਆ। ਕਲੀਅਰ। ਜਿਸ ਦਾ ਜਿਹੜਾ ਏਮ ਹੁੰਦਾ ਹੈਗਾ ਉਸ ਟਾਈਮ ਜਦੋਂ ਉਹ ਬਣਦੇ ਹੈਗੇ, ਜਦ ਸਟੈਬਲਿਸ਼ ਹੁੰਦੀ ਹੈ, ਸਿਰਫ ਟਰੇਡ ਕਰਨਾ ਹੁੰਦਾ ਹੈਗਾ ਕਿਸ ਦੇ ਨਾਲ, ਇੰਡੀਆ ਦੇ ਨਾਲ। ਐਲਿਜ਼ਾਬੈਥ ਜਿਹੜੀ ਪਹਿਲੀ ਕੁਈਨ ਸੀਗੀ ਇੰਗਲੈਂਡ ਦੀ ਉਹ ਅਲਾਓ ਕਰਦੀ ਇਹਨਾਂ ਨੂੰ ਕਿ ਹਾਂ ਜੀ ਤੁਸੀਂ ਜਿਹੜਾ ਟਰੇਡ ਹੈਗਾ ਗਾ ਇੰਡੀਆ ਦੇ ਨਾਲ ਉਹ ਕਰ ਸਕਦੇ ਹੋ। 15 ਸਾਲ ਦੇ ਲਈ ਇਹਨਾਂ ਨੂੰ ਅਲਾਓ ਆ ਜਿਹੜਾ ਕੀਤਾ ਜਾਂਦਾ। ਹਾਲਾਂਕਿ ਬਾਅਦ ਦੇ ਵਿੱਚ ਜਿਹੜੇ ਜੌਨ ਹੁੰਦੇ ਆ ਉਸ ਤੋਂ ਬਾਅਦ ਉਹ ਇਹਨਾਂ ਨੂੰ ਲਾਈਫ ਟਾਈਮ ਮਤਲਬ ਕਿ ਜਿੰਨਾ ਟਾਈਮ ਮਰਜ਼ੀ ਚਾਹੇ ਉਹ ਟਰੇਡ ਸੀਗਾ ਜਿਹੜਾ ਕਰ ਸਕਦੇ। ਇਸ ਲਈ ਸਭ ਤੋਂ ਪਹਿਲਾਂ ਜਿਹੜਾ ਇੱਕ ਏਮ ਹੈਗਾ ਸੀ ਈਸਟ ਇੰਡੀਆ ਕੰਪਨੀ ਦਾ ਉਹ ਕੀ ਸੀਗਾ, ਟਰੇਡ ਕਰਨਾ ਸੀ, ਵਪਾਰ ਕਰਨਾ ਸੀ ਕਿਸ ਦੇ ਨਾਲ, ਇੰਡੀਆ ਦੇ ਨਾਲ। ਕਲੀਅਰ ਜੀ। ਫਿਰ ਅਸੀਂ ਦੇਖਦੇ ਹੈਗੇ ਟਰੇਡ ਕਰਦੇ ਕਰਦੇ ਜਿਹੜਾ ਇਹਨਾਂ ਦਾ ਇੱਕ ਰੂਪ ਸੀਗਾ ਜਾਂ ਜਿਹੜਾ ਇਹਨਾਂ ਦਾ ਏਮ ਸੀਗਾ ਉਹ ਚੇਂਜ ਹੋ ਗਿਆ। ਕਿਸ ਤਰ੍ਹਾਂ, ਬੈਟਲ ਆਫ ਪਲਾਸੀ ਅਸੀਂ ਦੇਖਦੇ ਹਾਂ 1757 ਦੇ ਵਿੱਚ। ਕਲੀਅਰ ਜੀ। ਤਾਂ ਇੱਥੇ ਅਸੀਂ ਦੇਖਿਆ ਸੀਗਾ ਕਿ ਜਿਹੜਾ ਬੰਗਾਲ ਦੇ ਵਿੱਚ ਸੀਗਾ ਤਕਰੀਬਨ ਜਿਹੜਾ ਈਸਟ ਇੰਡੀਆ ਦਾ ਕੰਪਨੀ ਦਾ ਰਾਜ ਸੀਗਾ ਜਿਹੜਾ ਹੋ ਗਿਆ ਸੀ, ਪਰ ਹਜੇ ਵੀ ਜਿਹੜਾ ਉਹਨਾਂ ਨੇ ਆਪਣੇ ਏਮ ਸੀਗੇ ਜਿਹੜੇ ਕਲੀਅਰ ਨਹੀਂ ਕੀਤਾ ਸੀਗਾ। ਕਲੀਅਰ। ਇਸ ਤੋਂ ਬਾਅਦ ਬੈਟਲ ਆਫ ਬਕਸਰ ਜਿਹੜੀ ਹੁੰਦੀ ਆ 1764 ਦੇ ਵਿੱਚ। ਕਲੀਅਰ ਜੀ। ਤਾਂ ਇੱਥੇ ਆ ਕੇ ਜਿਹੜਾ ਇੱਕ ਏਮ ਪਹਿਲਾਂ ਟਰੇਡ ਦਾ ਸੀਗਾ ਇੱਥੇ ਆ ਕੇ ਉਹ ਕੀ ਹੋ ਗਿਆ, ਇੱਕ ਰਾਜ ਕਰਨ ਦਾ ਹੋ ਗਿਆ। ਕਲੀਅਰ। ਤਾਂ ਇੱਥੇ ਆ ਕੇ ਹੀ ਸਾਰੀ ਗੱਲ ਜਿਹੜੀ ਕਲੀਅਰ ਹੁੰਦੀ ਹੈਗੀ ਕਿ ਈਸਟ ਇੰਡੀਆ ਕੰਪਨੀ ਦਾ ਜਿਹੜਾ ਇੱਕ ਏਮ ਸੀਗਾ ਉਹ ਟਰੇਡ ਕਰਨਾ ਨਹੀਂ ਸੀਗਾ, ਇੱਕ ਸ਼ਾਸਨ ਜਾਂ ਰਾਜ ਕਰਨਾ ਸੀਗਾ। ਕਲੀਅਰ। ਤਾਂ ਇੱਥੇ ਹੀ ਅਸੀਂ ਦੇਖਦੇ ਹੈਗੇ ਆ ਜਦੋਂ ਬੈਟਲ ਆਫ ਬਕਸਰ ਖਤਮ ਹੁੰਦੀ ਆ ਉੱਥੇ ਇੱਕ ਅਲਾਈਅੰਸ ਜਿਹੜੀ ਬਣਦੀ ਹੈ ਟ੍ਰੀਟੀ ਆਫ ਇਲਾਹਾਬਾਦ। ਠੀਕ ਹੈ ਜੀ। ਟ੍ਰੀਟੀ ਆਫ ਇਲਾਹਾਬਾਦ 1765 ਦੇ ਵਿੱਚ ਜਿਹੜੀ ਅਸੀਂ ਦੇਖਦੇ ਹੈਗੇ ਹਾਂ। ਕਲੀਅਰ। ਇਸ ਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਹੜਾ ਆਲਮਗੀਰ ਹੁੰਦਾ, ਸ਼ਾਹ ਆਲਮ ਅਸੀਂ ਗੱਲ ਕਰਦੇ ਹੈਗੇ ਮੁਗਲ ਅੰਪਾਇਰ ਜਿਹੜਾ ਹੁੰਦਾ ਹੈਗਾ। ਕਲੀਅਰ। ਤਾਂ ਉਸ ਤੋਂ ਈਸਟ ਇੰਡੀਆ ਕੰਪਨੀ ਦੇ ਨਾਲ ਕੀ ਹੈਗਾ ਗਾ ਇਹ ਸੰਧੀ ਕਰਦਾ ਹੈਗਾ ਕਿਉਂਕਿ ਇਲਾਹਾਬਾਦ ਦੀਆਂ ਦੋ ਸੰਧੀਆਂ ਹੁੰਦੀਆਂ, ਇੱਕ ਅਵਧ ਦੇ ਨਾਲ, ਇੱਕ ਜਿਹੜਾ ਮੁਗਲ ਦਾ ਰਾਜਾ ਹੁੰਦਾ ਸ਼ਾਹ ਆਲਮ ਦੇ ਨਾਲ। ਕਲੀਅਰ ਜੀ। ਤਾਂ ਜਿਹੜਾ ਸ਼ਾਹ ਆਲਮ ਹੁੰਦਾ ਹੈ ਕੀ ਕਰਦਾ, ਈਸਟ ਇੰਡੀਆ ਕੰਪਨੀ ਨੂੰ ਦੀਵਾਨੀ ਰਾਈਟ ਜਿਹੜੇ ਦੇ ਦਿੰਦਾ। ਹੁਣ ਦੀਵਾਨੀ ਰਾਈਟ ਕੀ ਹੁੰਦੇ ਆ ਜੀ, ਦੀਵਾਨੀ ਰਾਈਟ ਹੁੰਦਾ ਕਿ ਫਾਈਨੈਂਸ਼ੀਅਲ ਤੌਰ 'ਤੇ ਸਾਰੀ ਹੀ ਜਿਹੜੀ ਪਾਵਰ ਹੁੰਦੀ ਆ ਉਹ ਸਾਰੀ ਦੇ ਦਿੱਤੀ ਜਾਂਦੀ ਹੈ। ਜਿਨ੍ਹਾਂ ਨੇ ਟੈਕਸ ਕਲੈਕਟ ਕਰਨਾ ਹੁੰਦਾ, ਰੈਵਨਿਊ ਇਕੱਠਾ ਕਰਨਾ ਹੁੰਦਾ, ਉਹ ਸਾਰੀ ਦੀ ਸਾਰੀ ਪਾਵਰ ਇਸ ਦੇ ਵਿੱਚ ਆ ਜਾਂਦੀ ਆ। ਕਲੀਅਰ। ਇਸ ਨੂੰ ਅਸੀਂ ਫਾਈਨੈਂਸ਼ੀਅਲ ਮਿਨਿਸਟਰ ਵੀ ਕਹਿ ਸਕਦੇ ਹਾਂ। ਜਿਹੜਾ ਦੀਵਾਨ ਹੁੰਦਾ ਨਾ ਇੱਥੇ ਦੀਵਾਨ ਦਾ ਮਤਲਬ ਫਾਈਨੈਂਸ਼ੀਅਲ ਮਿਨਿਸਟਰ ਹੁੰਦਾ। ਬਸ ਤੁਸੀਂ ਇੰਨਾ ਯਾਦ ਰੱਖਣਾ ਗਾ। ਇੱਥੇ ਅਸੀਂ ਦੇਖਦੇ ਹੈਗੇ ਕਿ ਸ਼ਾਹ ਆਲਮ ਨੇ ਦੁਬਾਰਾ ਸਾਰੀ ਜਿਹੜੀ ਇੱਕ ਫਾਈਨੈਂਸ਼ੀਅਲ ਪਾਵਰ ਹੈਗੀ ਉਹ ਕਿਸ ਨੂੰ ਦੇ ਦਿੱਤੀ ਗਈ, ਈਸਟ ਇੰਡੀਆ ਕੰਪਨੀ ਨੂੰ ਦੇ ਦਿੱਤੀ ਗਈ ਸੀ। ਤੇ ਨਾਲ ਹੀ ਅਸੀਂ ਦੇਖਦੇ ਹੈਗੇ ਇੱਥੇ ਬੰਗਾਲ, ਬਿਹਾਰ ਤੇ ਉੜੀਸਾ ਜਿਹੜੇ ਇਹ ਪਾਰਟ ਸੀਗੇ ਇਹਨਾਂ ਦੇ ਜਿਹੜੇ ਦੀਵਾਨੀ ਰਾਈਟ ਸੀਗੇ ਉਹ ਕਿਸ ਨੂੰ ਦੇ ਦਿੱਤੇ ਗਏ, ਈਸਟ ਇੰਡੀਆ ਕੰਪਨੀ ਨੂੰ ਜਿਹੜੇ ਉਹ ਦੇ ਦਿੱਤੇ ਗਏ ਸੀ। ਦੇਖੋ ਇੱਥੇ ਹੁਣ ਅਸੀਂ ਦੇਖ ਰਹੇ ਕਿ ਜਿਹੜੀ ਕੰਪਨੀ ਦਾ ਜਿਹੜਾ ਇੱਕ ਏਮ ਸੀਗਾ ਟਰੇਡ ਕਰਨ ਦਾ ਹੁਣ ਉਹ ਰਾਜ ਕਰ ਰਹੀ ਹੈਗੀ ਆ। ਕਲੀਅਰ ਜੀ। ਇੱਥੇ ਅਸੀਂ ਦੇਖ ਰਹੇ ਹਾਂ ਉਹਨਾਂ ਨੇ ਰਾਜ ਕਰਨਾ ਜਿਹੜਾ ਸ਼ਾਸਨ ਕਰਨਾ ਇੱਥੇ ਸਟਾਰਟ ਸੀਗਾ ਜਿਹੜਾ ਕਰ ਦਿੱਤਾ ਸੀਗਾ। ਕਲੀਅਰ ਜੀ। ਚਲੋ ਅੱਗੇ ਚੱਲਦੇ ਹਾਂ। ਫਿਰ ਅਸੀਂ ਦੇਖਦੇ ਹੈਗੇ ਆ ਕਿ ਇੱਕ ਸਮਾਂ ਇੱਦਾਂ ਦਾ ਆਇਆ ਫਿਰ ਜਿਹੜਾ ਇੱਕ ਕੰਪਨੀ ਦਾ ਸਮਾਂ ਸੀ, ਜਿਵੇਂ ਅਸੀਂ ਕੰਪਨੀ ਦਾ ਸਮਾਂ ਦੇਖਦੇ ਹਾਂ ਨਾ, ਤਾਂ ਉਸ ਦੇ ਦੌਰਾਨ ਕੀ ਸੀਗਾ ਇੰਗਲੈਂਡ ਦੇ ਦੁਆਰਾ ਕਿਤੇ ਨਾ ਕਿਤੇ ਕਿ ਜਿਹੜਾ ਕੰਪਨੀ ਹੈਗੀ ਆ ਉਸ ਦੇ ਉੱਪਰ ਰੋਕ ਲਗਾਈ ਜਾਵੇ ਤਾਂ ਕਿਸੇ ਤਰ੍ਹਾਂ ਕੰਪਨੀ ਨੂੰ ਕੀ ਕਰਿਆ ਜਾਵੇ, ਕੰਟਰੋਲ ਕੀਤਾ ਜਾਵੇ। ਤਾਂ ਕਰਕੇ ਇੰਗਲੈਂਡ ਦੀ
ਜਿਹੜੇ ਰਾਜ ਦੇ ਦੁਆਰਾ ਇੰਗਲੈਂਡ ਦੇ ਸ਼ਾਸਨ ਦੇ ਦੁਆਰਾ ਕੀ ਸੀ ਟਾਈਮ ਟੂ ਟਾਈਮ ਕੀ ਕੀਤਾ ਗਿਆ, ਕੁਝ ਨਾ ਕੁਝ ਐਕਟ ਜਿਹੜੇ ਪਾਸ ਕੀਤੇ ਗਏ, ਜਾਂ ਆਪਾਂ ਕਹਿ ਦਈਏ ਕਿ ਕੁਝ ਨਾ ਕੁਝ ਪਾਬੰਦੀਆਂ ਜਿਹੜੀਆਂ ਈਸਟ ਇੰਡੀਆ ਕੰਪਨੀਆਂ ਦੇ ਉੱਤੇ ਟਾਈਮ ਟੂ ਟਾਈਮ ਲਗਾ ਦਿੱਤੀਆਂ ਗਈਆਂ। ਇਸ ਕਰਕੇ ਅਸੀਂ ਉਹ ਟਾਈਮ ਨੂੰ ਦੇਖਦੇ ਗਿਆ 1773 ਤੋਂ ਲੈ ਕੇ 1858 ਤੱਕ ਦੇ ਜਿਹੜੇ ਸਮਾਂ ਹੈਗਾ, ਇੱਥੇ ਪ੍ਰੋਪਰ ਤੌਰ 'ਤੇ ਅਸੀਂ ਦੇਖਦੇ ਕਿ ਈਸਟ ਇੰਡੀਆ ਕੰਪਨੀ ਦੇ ਕੁਝ ਨਾ ਕੁਝ ਜਿਹੜੇ ਰਾਈਟਸ ਸੀਗੇ ਉਹਨਾਂ ਤੋਂ ਵਾਪਸ ਲਏ ਗਏ ਸੀਗੇ। ਕਿਉਂ? ਹੁਣ ਇੱਥੇ ਸਵਾਲ ਹੁੰਦਾ ਕਿ ਇੱਦਾਂ ਦਾ ਕੀ ਹੋਇਆ ਕਿ ਜਿਹੜੀ ਇੰਗਲੈਂਡ ਸੀਗੇ ਉਸਨੇ ਇੰਨਾ ਸੋਚਣਾ ਸਟਾਰਟ ਕਰਤਾ। ਦੇਖੋ ਇੱਥੇ ਹੋਇਆ ਕੀ ਸੀਗਾ ਕਿ ਜਿਹੜੇ ਈਸਟ ਇੰਡੀਆ ਕੰਪਨੀ ਦੇ ਸੋਲਜਰ ਜਾਂ ਜਿਹੜੇ ਵੀ ਉਸਦੇ ਬੰਦੇ ਹੈਗੇ ਈਸਟ ਇੰਡੀਆ ਕੰਪਨੀ ਦੇ, ਜਦੋਂ ਉਹ ਇੰਡੀਆ ਤੋਂ ਵਾਪਸ ਜਾਂਦੇ ਸੀ ਇੰਗਲੈਂਡ, ਤਾਂ ਉਹ ਜਿਹੜੇ ਇੰਡੀਆ ਤੋਂ ਗਿਫਟ ਵਗੈਰਾ ਜਾਂ ਇੱਥੋਂ ਬਹੁਤ ਜ਼ਿਆਦਾ ਕਰਪਸ਼ਨ ਕਰਕੇ ਜਾਂਦੇ ਸੀ, ਜਿਸ ਦੇ ਨਾਲ ਜਿਹੜਾ ਪੈਸਾ ਸੀ ਉਹ ਕਿੱਥੇ ਲੈ ਕੇ ਜਾਣੇ ਸੀ? ਇੰਗਲੈਂਡ ਦੇ ਵਿੱਚ। ਤਾਂ ਜਿਸ ਦੇ ਨਾਲ ਕੀ ਸੀਗੇ ਉੱਥੇ ਜਾ ਕੇ ਆਪਦੇ ਆਪ ਨੂੰ ਉਹ ਬਹੁਤ ਜ਼ਿਆਦਾ ਰਿਚ ਮੈਨ ਜਿਹੜਾ ਸ਼ੋਅ ਕਰ ਰਹੇ ਸੀਗੇ। ਹਾਲਾਂਕਿ ਜਦੋਂ ਜਾਂਚ ਦੀ ਗੱਲ ਆਉਂਦੀ ਸੀ ਉਦੋਂ ਕਹਿ ਦਿੰਦੇ ਕਿ ਈਸਟ ਇੰਡੀਆ ਕੰਪਨੀ ਕੀ ਹੈ ਘਾਟੇ ਦੇ ਵਿੱਚ ਚੱਲ ਰਹੀ ਆ, ਪਰ ਜਿਹੜੇ ਉਹਨਾਂ ਦੇ ਜਿਸ ਤਰ੍ਹਾਂ ਗਵਰਨਰ ਹੋ ਗਏ, ਗਵਰਨਰ ਜਨਰਲ ਹੋ ਗਏ, ਜਦੋਂ ਉਹਨਾਂ ਦਾ ਲਾਈਫ ਸਟਾਈਲ ਜਾਂ ਉਹਨਾਂ ਦੀ ਪ੍ਰੋਪਰਟੀ ਦੇਖੀ ਜਾਂਦੀ ਸੀ ਤਾਂ ਪਤਾ ਲੱਗਦਾ ਸੀ ਕਿ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਇੱਕ ਕਰਪਸ਼ਨ ਸੀਗੀ ਜਿਹੜੀ ਇਹਨਾਂ ਦੇ ਦੁਆਰਾ ਇੰਡੀਆ ਦੇ ਨਾਲ ਜਿਹੜੀ ਕੀਤੀ ਜਾ ਰਹੀ ਸੀ। ਤਾਂ ਕਰਕੇ ਵੀ ਕੀ ਸੀਗਾ, ਇਹ ਚਾਹ ਰਹੇ ਸੀਗੇ ਕਿ ਈਸਟ ਇੰਡੀਆ ਕੰਪਨੀ ਨੂੰ ਖਤਮ ਕਰਕੇ ਜਿਹੜਾ ਟ੍ਰੇਡ ਹੈ ਜਾਂ ਜਿਹੜਾ ਰਾਜ ਹੈਗਾ ਉਹ ਕਿਹਦੇ ਦੁਆਰਾ ਹੋਵੇ? ਸਿੱਧੇ ਦਾ ਸਿੱਧਾ ਇੰਗਲੈਂਡ ਦੇ ਹੀ ਦੁਆਰਾ ਜਿਹੜਾ ਉਹ ਹੋਵੇ। ਕਲੀਅਰ? ਇਸ ਕਰਕੇ ਕੀ ਸੀ ਟਾਈਮ ਟੂ ਟਾਈਮ ਕੀ ਸੀਗੇ ਕੁਝ ਐਕਟ ਜਾਂ ਰੂਲ ਸੀਗੇ ਜਿਹੜੇ ਲਾ ਕਹਿ ਸਕਦੇ ਆ ਉਹ ਈਸਟ ਇੰਡੀਆ ਕੰਪਨੀ ਦੇ ਉੱਪਰ ਜਿਹੜੇ ਥੋਪੇ ਗਏ ਜਾਂ ਉਹਨਾਂ ਨੂੰ ਕੰਟਰੋਲ ਜਿਹੜਾ ਈਸਟ ਇੰਡੀਆ ਕੰਪਨੀ ਨੂੰ ਕੀਤਾ ਗਿਆ। ਚਲੋ ਹੁਣ ਆਪਾਂ ਉਹਨਾਂ ਦੇ ਬਾਰੇ ਦੇਖਦੇ ਹਾਂ ਕਿ ਕਿਹੜੇ ਕਿਹੜੇ ਐਕਟ ਸੀਗੇ ਜਿਹੜੇ ਪਾਸ ਕੀਤੇ ਗਏ ਸੀ, ਉਹਨਾਂ ਦੀ ਇੰਪੋਰਟੈਂਸ ਹੈ ਕੀ ਸੀਗੀ। ਅਤੇ ਇੱਥੋਂ ਹੀ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਜਿਹੜਾ ਸਾਡਾ ਸੰਵਿਧਾਨ ਸੀਗਾ ਉਹ ਬਣਨਾ ਕਿੱਥੋਂ ਸਟਾਰਟ ਹੋ ਗਿਆ। ਇੱਥੋਂ ਤੁਸੀਂ ਦੇਖੋਗੇ ਕਿਉਂਕਿ ਸੰਵਿਧਾਨ ਦੇ ਵਿੱਚ ਕੀ ਹੁੰਦੇ, ਰਾਈਟ ਹੁੰਦੇ ਆ, ਆਰਟੀਕਲ ਹੁੰਦੇ ਆ, ਕਾਨੂੰਨ ਹੁੰਦੇ ਜਿਸ ਤੋਂ ਤੁਸੀਂ ਬਾਹਰ ਨਹੀਂ ਜਾ ਸਕਦੇ। ਤਾਂ ਉੱਦਾਂ ਦੇ ਹੀ ਕੁਝ ਜਿਹੜੇ ਕਾਨੂੰਨ ਨੇ ਉਹ ਈਸਟ ਇੰਡੀਆ ਕੰਪਨੀ ਦੇ ਉੱਪਰ ਅਪਲਾਈ ਜਿਹੜੇ ਕੀਤੇ ਜਾਣਗੇ। ਚਲੋ ਦੇਖਦੇ ਹਾਂ ਜੀ ਆਪਾਂ। ਸਭ ਤੋਂ ਪਹਿਲਾਂ ਅਸੀਂ ਦੇਖ ਰਹੇ ਹੈਗੇ ਆ ਰੈਗੂਲੇਟਿੰਗ ਐਕਟ ਜਿਹੜਾ ਸੀਗਾ। ਰੈਗੂਲੇਟਿੰਗ ਕੀ ਹੁੰਦਾ? ਰੈਗੂਲੇਟ ਕਰਨਾ, ਮਤਲਬ ਕਿ ਜਿੱਥੇ ਅਸੀਂ ਕੰਟਰੋਲ ਕਰਾਂਗੇ। ਦੇਖੋ ਰੈਗੂਲੇਟ ਕਰਾਂਗੇ ਕਿਸ ਨੂੰ? ਈਸਟ ਇੰਡੀਆ ਕੰਪਨੀ ਨੂੰ। ਕਦ ਆਇਆ ਸੀ? 1773 ਦੇ ਵਿੱਚ ਆਇਆ ਸੀ। ਕਲੀਅਰ? ਯਾਦ ਰੱਖਿਓ 1773 ਦੇ ਵਿੱਚ ਜਿਹੜਾ ਇਹ ਆਇਆ ਸੀਗਾ ਐਕਟ। ਤਾਂ ਇਸ ਦੇ ਦੁਆਰਾ ਕੀ ਸੀਗਾ ਕਿ ਰੈਗੂਲੇਟ ਕਰਨਾ ਹੈਗਾ ਈਸਟ ਇੰਡੀਆ ਕੰਪਨੀ ਨੂੰ, ਕੰਟਰੋਲ ਕਰਨਾ ਹੈਗਾ। ਕਲੀਅਰ? ਸਭ ਤੋਂ ਪਹਿਲਾਂ ਇਹਦਾ ਜਿਹੜਾ ਏਮ ਸੀਗਾ ਇਹੀ ਸੀਗਾ ਕਿ ਈਸਟ ਇੰਡੀਆ ਕੰਪਨੀ ਨੂੰ ਕੰਟਰੋਲ ਕਰਨਾ ਹੈਗਾ। ਤਾਂ ਇੱਥੇ ਕੀ ਸੀਗਾ, ਜਿਹੜੀ ਪੋਸਟ ਸੀਗੀ ਗਵਰਨਰ ਦੀ, ਗਵਰਨਰ ਆਫ ਬੰਗਾਲ ਦੀ ਜਿਹੜੀ ਪੋਸਟ ਸੀਗੀ ਉਸ ਨੂੰ ਚੇਂਜ ਕਰ ਦਿੱਤਾ ਗਿਆ। ਚੇਂਜ ਕਰਕੇ ਉਸ ਨੂੰ ਕੀ ਬਣਾ ਦਿੱਤਾ? ਗਵਰਨਰ ਜਨਰਲ ਆਫ ਬੰਗਾਲ ਬਣਾ ਦਿੱਤਾ ਗਿਆ। ਕਲੀਅਰ? ਦੇਖੋ ਪਹਿਲਾਂ ਕੀ ਸੀ? ਗਵਰਨਰ ਸੀ ਇਕੱਲਾ। ਕਲੀਅਰ ਜੀ? ਬੰਗਾਲ ਦਾ। ਤਾਂ ਇੱਥੇ ਆ ਕੇ ਕੀ ਬਣਾ ਦਿੱਤਾ ਗਿਆ? ਉਸ ਨੂੰ ਗਵਰਨਰ ਜਨਰਲ ਆਫ ਬੰਗਾਲ ਜਿਹੜਾ ਟਾਈਟਲ ਸੀਗਾ ਉਹ ਦਿੱਤਾ ਗਿਆ ਸੀ। ਕਲੀਅਰ? ਇਹ ਯਾਦ ਰੱਖਿਓ। ਕਈ ਵਾਰੀ ਆ ਜਾਂਦਾ ਹੈਗਾ ਕਿ ਫਸਟ ਜਿਹੜਾ ਗਵਰਨਰ ਜਨਰਲ ਆਫ ਬੰਗਾਲ ਸੀਗਾ ਬੰਗਾਲ ਦਾ ਉਹਦਾ ਨਾਮ ਕੀ ਸੀਗਾ? ਤਾਂ ਯਾਦ ਰੱਖਿਓ ਬਾਰਨ ਹੈਸਟਿੰਗ ਕੀ ਸੀਗੇ ਪਹਿਲੇ ਜਿਹੜੇ ਗਵਰਨਰ ਜਨਰਲ ਸੀਗੇ ਬੰਗਾਲ ਦੇ। ਕਲੀਅਰ? ਇਹ ਜ਼ਰੂਰ ਯਾਦ ਰੱਖਣਾ ਹੈਗਾ ਤੁਸੀਂ, ਕਿਉਂਕਿ ਇਹਨਾਂ ਦੇ ਦੁਆਰਾ ਇੱਥੇ ਇਸ ਐਕਟ ਦੇ ਅਧੀਨ ਹੀ ਇਸ ਨੂੰ ਕੀ ਬਣਾ ਦਿੱਤਾ ਗਿਆ ਸੀਗਾ? ਗਵਰਨਰ ਬਣਾ ਦਿੱਤਾ ਗਿਆ ਸੀ। ਕਿਸ ਦਾ ਜੀ? ਬੰਗਾਲ ਦਾ। ਗਵਰਨਰ ਜਨਰਲ ਆਫ ਬੰਗਾਲ ਦਾ ਇਹਨਾਂ ਨੂੰ ਬਣਾ ਦਿੱਤਾ ਗਿਆ ਸੀ। ਕਲੀਅਰ? ਇਹ ਜ਼ਰੂਰ ਯਾਦ ਰੱਖਣਾ ਹੈਗਾ ਤੁਸੀਂ। ਕਲੀਅਰ? ਤਾਂ ਇੱਥੇ ਕੀ ਸੀ, ਇਕੱਲਾ ਗਵਰਨਰ ਜਨਰਲ ਨਹੀਂ ਬਣਾਇਆ ਸੀ ਇਹਨਾਂ ਨੂੰ, ਇਹਨਾਂ ਦੇ ਨਾਲ 4 ਬੰਦੇ ਜਾਂ 4 ਮੈਂਬਰ ਹੋਰ ਕੀ ਸੀਗੇ ਐਡ ਕਰ ਦਿੱਤੇ ਗਏ ਸੀਗੇ ਕਿ ਇਹ ਇਕੱਲੇ ਡਿਸੀਜਨ ਨਹੀਂ ਲੈਣਗੇ, ਕਿ ਨਾਲ ਦੀ ਨਾਲ ਜਿਹੜੇ ਉਹ 4 ਬੰਦੇ ਜਾਂ 4 ਜਿਹੜੇ ਮੈਂਬਰ ਹੈਗੇ ਆ ਉਹਨਾਂ ਦੀ ਵੀ ਜਿਹੜੀ ਰਾਏ ਜਾਂ ਉਹਨਾਂ ਦੀ ਵੀ ਐਡਵਾਈਜ਼ ਲੈਣੀ ਜ਼ਰੂਰੀ ਹੈਗੀ ਆ। ਮਤਲਬ ਜੇਕਰ ਕੋਈ ਡਿਸੀਜਨ ਲੈਣਾ ਹੈਗਾ ਉਸ 'ਤੇ ਵੋਟਿੰਗ ਹੋਏਗੀ ਤਾਂ ਇਹ 4 ਜਿਹੜੇ ਪਰਸਨ ਹੈਗੇ ਆ ਇਹਨਾਂ ਦੇ ਵਿੱਚ ਵੋਟਿੰਗ ਕਿਸ ਦੇ ਦੁਆਰਾ? ਜੇਕਰ ਗਵਰਨਰ ਦੇ ਨਾਲ ਕਿੰਨੇ ਬੰਦੇ ਵੋਟਿੰਗ ਕਰ ਰਹੇ ਆ ਤਾਂ ਕਰਕੇ ਉਹ ਫੈਸਲਾ ਜਿਹੜਾ ਹੋਏਗਾ, ਅਦਰਵਾਈਜ਼ ਉਹ ਡਿਸੀਜਨ ਆ ਜਿਹੜਾ ਪੈਂਡਿੰਗ ਹੀ ਰਹੇਗਾ। ਕਲੀਅਰ? ਤਾਂ ਕਰਕੇ ਕਿਸੇ ਇਹਨਾਂ ਦੇ ਨਾਲ ਕੀ ਸੀਗੇ 4 ਬੰਦੇ ਜਿਹੜੇ ਅਪਾਇੰਟ ਸੀਗੇ ਉਹ ਵੀ ਜਿਹੜੇ ਕੀਤੇ ਗਏ ਸੀ। ਕਲੀਅਰ? ਇਹ ਵੀ ਤੁਸੀਂ ਯਾਦ ਰੱਖਣਾ ਹੈਗਾ। ਤੇ ਹੋਰ ਦੇਖਦੇ ਇੱਥੇ ਕੀ ਸੀ, ਸਟੈਬਲਿਸ਼ ਕੀਤੀ ਗਈ ਸੀ ਸੁਪਰੀਮ ਕੋਰਟ। 1774 ਦੇ ਵਿੱਚ ਕੀ ਸੀ ਸੁਪਰੀਮ ਕੋਰਟ? ਕਿੱਥੇ? ਕਲਕੱਤੇ ਦੇ ਵਿੱਚ ਕੀ ਸੀਗੀ ਸਟੈਬਲਿਸ਼ ਕੀਤੀ ਗਈ। ਦੇਖੋ ਹੁਣ ਜੇਕਰ ਲਾ ਅਸੀਂ ਕਰਨਾ ਹੈਗਾ, ਅਪਲਾਈ ਕਰਨਾ ਹੈਗਾ ਤਾਂ ਸਾਡੇ ਪਾਸ ਕੋਰਟ ਵੀ ਹੋਣੀ ਚਾਹੀਦੀ ਆ। ਤਾਂ ਦੇਖੋ ਇੱਥੇ ਸੁਪਰੀਮ ਕੋਰਟ ਆ ਜਿਹੜੀ ਬਣ ਕੇ ਆ ਗਈ, ਜਿਹਨੂੰ ਅਸੀਂ ਕਹਿੰਦੇ ਹੈਗੇ ਨਾ ਸੁਪਰੀਮ। ਜਿਵੇਂ ਅੱਜ ਕੱਲ੍ਹ ਵੀ ਅਸੀਂ ਗੱਲ ਕਰਦੇ ਕਿ ਫਾਈਨਲ ਡਿਸੀਜਨ ਕਿਸ ਦਾ ਹੁੰਦਾ ਹੈਗਾ? ਸੁਪਰੀਮ ਕੋਰਟ ਦਾ ਹੋਏਗਾ।
क्लीयर। तो इत्थे सुप्रीम कोर्ट जिहड़ी स्टैबलिश कर दित्ती गई सी, सवाल बहुत बार रिपीट होयागा कि जिहड़ी कलकत्ता दे विच सुप्रीम कोर्ट सी कदों स्टैबलिश की गई सी। तो याद रखियो जी 1774 ਦੇ ਵਿੱਚ ਕੀ ਸੀਗੀ ਪਹਿਲੀ ਵਾਰ ਸੁਪਰੀਮ ਕੋਰਟ ਸੀਗੀ ਜਿਹੜੀ ਸਟੈਬਲਿਸ਼ ਉਹ ਕੀਤੀ ਗਈ ਸੀ। ਕਲੀਅਰ ਜੀ, ਓਕੇ। ਉਸ ਤੋਂ ਬਾਅਦ ਹੋਰ ਦੇਖਦੇ ਹਾਂ ਅਸੀਂ ਤਾਂ ਹੋਰ ਕੀ ਸੀ ਇਸ ਐਕਟ ਦੇ ਅਧੀਨ ਕੀ ਸੀਗਾ ਕਿ ਜਿਹੜੀ ਇਕੱਲੀ ਪਾਵਰ ਸੀ ਪਹਿਲਾਂ ਗਵਰਨਰ ਦੇ ਪਾਸ, ਗਵਰਨਰ ਦੀ ਗੱਲ ਕਰ ਰਿਹਾ ਮੈਂ, ਜਿਹੜੀ ਇਕੱਲੀ ਪਾਵਰ ਸੀਗੀ ਬੰਗਾਲ ਦੀ ਸੀਗੀ, ਪਰ ਇਸ ਐਕਟ ਦੇ ਅਧੀਨ ਕੀ ਕਰ ਦਿੱਤਾ ਗਿਆ, ਮਦਰਾਸ, ਬੰਬੇ ਤੇ ਨਾਲ ਹੀ ਬੰਗਾਲ ਦੀ ਤਾਂ ਦੇਖੋ ਪਹਿਲਾਂ ਦੇ ਸਾਰੀ ਪਾਵਰ ਕਿਸ ਨੂੰ ਦੇ ਦਿੱਤੀ ਗਈ, ਹੁਣ ਗਵਰਨਰ ਜਨਰਲ ਨੂੰ ਦੇ ਦਿੱਤੀ ਗਈ। ਕਲੀਅਰ। ਤਾਂ ਜਾ ਰੱਖਿਓ ਦੇਖੋ ਜਿਹੜੀ ਵੀ ਮਦਰਾਸ ਤੇ ਮੁੰਬਈ ਦੀ ਜਿਹੜੀ ਪਾਵਰ ਹੈਗੀ ਆ ਉਹ ਪਹਿਲਾਂ ਇਸ ਦੇ ਪਾਸ ਨਹੀਂ ਸੀ, ਪਰ ਹੁਣ ਇਹ ਵੀ ਸਾਰੀ ਪਾਵਰ ਕਿਸ ਨੂੰ ਦਿੱਤੀ ਗਈ, ਇਸ ਨੂੰ। ਮਤਲਬ ਕਿ ਤਿੰਨੋਂ ਜਿਹੜੀਆਂ ਅਸੀਂ ਦੇਖ ਰਹੇ ਹੈਗੇ ਆ ਤਿੰਨਾਂ ਦੀ ਪਾਵਰ ਕਿਸ ਦੇ ਪਾਸ ਆ ਗਈ, ਗਵਰਨਰ ਜਨਰਲ ਆਫ ਬੰਗਾਲ ਦੇ ਪਾਸ ਆ ਜਿਹੜੀ ਆ ਗਈ ਸੀ। ਕਲੀਅਰ ਜੀ। ਤਾਂ ਇੱਥੇ ਅਸੀਂ ਦੇਖ ਰਹੇ ਹਾਂ ਕਿ ਕਿਤੇ ਨਾ ਕਿਤੇ ਜਿਹੜਾ ਰੈਗੂਲੇਟ ਕੀਤਾ ਜਾ ਰਿਹਾ ਸੀ ਈਸਟ ਇੰਡੀਆ ਕੰਪਨੀ ਨੂੰ, ਕਿ ਜਿੱਥੇ ਕੰਟਰੋਲ ਕਰਨ ਦਾ ਹਰ ਇੱਕ ਜਿਹੜਾ ਮੈਥਡ ਹੈਗਾ ਉਹ ਅਪਲਾਈ ਆ ਜਿਹੜਾ ਕੀਤਾ ਜਾ ਰਿਹਾ ਸ਼ੁਰੂ ਦੇ ਵਿੱਚ। ਕਲੀਅਰ। ਥੋੜ੍ਹੇ ਬਹੁਤਾ ਚੇਂਜ ਆ ਜਿਹੜਾ ਇੱਥੇ ਦੇਖਣ ਨੂੰ ਸਾਨੂੰ ਮਿਲਿਆ ਸੀਗਾ। ਰੈਗੂਲੇਟਿੰਗ ਐਕਟ ਦੇ ਵਿੱਚ ਕਈ ਵਾਰੀ ਡਾਇਰੈਕਟ ਇਹ ਆ ਜਾਂਦਾ ਹੈਗਾ, ਤਾਂ ਯਾਦ ਰੱਖਿਓ ਇਹਦੇ ਵਿੱਚ ਜਿਸ ਤਰ੍ਹਾਂ ਦੇ ਵੀ ਸਵਾਲ ਬਣੇ ਉਹਨੂੰ ਤੁਸੀਂ ਧਿਆਨ ਨਾਲ ਨੋਟ ਕਰ ਲੈਣਾ ਹੈਗਾ। ਚਲੋ ਜੀ ਅੱਗੇ ਚੱਲਦੇ ਹਾਂ। ਹਾਂਜੀ, ਉਸ ਤੋਂ ਬਾਅਦ ਅੱਗੇ ਅਸੀਂ ਦੇਖਦੇ ਹਾਂ ਪਿਟਸ ਐਕਟ ਜਿਹੜਾ ਸੀਗਾ, ਪਿਟਸ ਜਿਹੜਾ ਐਕਟ ਸੀਗਾ ਇੰਡੀਅਨ ਐਕਟ 1774 ਦੇ ਵਿੱਚ ਜਿਹੜਾ ਸਾਨੂੰ ਦੇਖਣ ਨੂੰ ਮਿਲਿਆ। ਦੇਖੋ ਇੱਥੇ ਕੀ ਸੀਗਾ, ਜੇਕਰ ਅਸੀਂ ਦੇਖਦੇ ਹਾਂ ਪਿਟਸ ਕੀ ਸੀਗੇ, PM ਸੀਗੇ, ਪ੍ਰਾਈਮ ਮਿਨਿਸਟਰ ਆਫ ਇੰਗਲੈਂਡ ਦੇ ਸੀਗੇ, ਇਹ ਇੰਗਲੈਂਡ ਦੇ ਪ੍ਰਧਾਨ ਮੰਤਰੀ ਸੀਗੇ। ਕਲੀਅਰ। ਇਹਨਾਂ ਨੇ ਦੁਬਾਰਾ ਕੀ ਸੀਗਾ ਐਕਟ, ਦੇਖੋ ਹੁਣ ਪ੍ਰਧਾਨ ਮੰਤਰੀ ਹੈਗੇ ਇੰਗਲੈਂਡ ਦੇ, ਤਾਂ ਇਹ ਵੀ ਚਾਹੁੰਗੇ ਕਿ ਕੰਟਰੋਲ ਕੀਤਾ ਜਾਵੇ ਈਸਟ ਇੰਡੀਆ ਕੰਪਨੀ ਦੇ ਉੱਪਰ, ਤਾਂ ਕਰਕੇ ਕੀ ਸੀਗਾ ਇਹਨਾਂ ਨੇ ਦੁਬਾਰਾ ਇੱਕ ਐਕਟ ਜਿਹੜਾ ਪਾਸ ਕੀਤਾ ਗਿਆ। ਇਹ ਐਕਟ ਦਾ ਨਾਮ ਵੀ ਇਹਨਾਂ ਦੇ ਨਾਮ ਦੇ ਉੱਪਰ ਹੀ ਜਿਹੜਾ ਪਿਆ ਸੀਗਾ। ਕਲੀਅਰ। ਤਾਂ ਇਹਨਾਂ ਨੇ ਕੀ ਸੀਗਾ ਇੱਥੇ ਇੱਕ ਸਿਸਟਮ ਅਪਾਇੰਟ ਕੀਤਾ ਜਿਸ ਦਾ ਨਾਮ ਸੀ ਬੋਰਡ ਆਫ ਕੰਟਰੋਲ। ਕਲੀਅਰ ਜੀ, ਯਾਦ ਰੱਖੋ ਬੋਰਡ ਆਫ ਕੰਟਰੋਲ ਕੀ ਸੀਗਾ, ਇੱਕ ਅਪਾਇੰਟ ਕੀਤਾ ਗਿਆ। ਬੋਰਡ ਆਫ ਕੰਟਰੋਲ ਕੀ, ਜਿਵੇਂ ਇੱਕ ਤਰ੍ਹਾਂ ਦੀ ਤੁਸੀਂ ਕਹਿ ਲਓ ਕਿ ਇੱਕ ਟੀਮ ਸੀਗੀ ਜਿਸ ਦਾ ਨਾਮ ਰੱਖਿਆ ਗਿਆ ਬੋਰਡ ਆਫ ਕੰਟਰੋਲ, ਜਿਸ ਦੇ ਕੀ ਸੀਗੇ 6 ਜਿਹੜੇ ਮੈਂਬਰ ਸੀਗੇ। ਕਲੀਅਰ। ਯਾਦ ਰੱਖਿਓ 6 ਉਸ ਦੇ ਮੈਂਬਰ ਸੀਗੇ। ਤੇ ਬੋਰਡ ਆਫ ਕੰਟਰੋਲ ਨੂੰ ਜਿਹੜੀ ਪਾਵਰ ਦੇ ਦਿੱਤੀ ਗਈ, ਦੇਖੋ ਹੁਣ ਪੋਲੀਟੀਕਲ ਪਾਵਰ ਉਹਨੂੰ ਦੇ ਦਿੱਤੀ ਗਈ, ਰੈਵਨਿਊ ਦੀ ਪਾਵਰ ਦੇ ਦਿੱਤੀ ਗਈ, ਮਿਲਟਰੀ ਦੀ ਸਾਰੀ, ਮਤਲਬ ਕਿ ਇੱਥੇ ਆਪਾਂ ਗੱਲ ਕਰ ਲੈਂਦੇ ਹਾਂ ਕਿ ਸਾਰੀ ਦੀ ਸਾਰੀ ਜਿਹੜੀ ਪਾਵਰ ਹੈ ਸਿਰਫ ਟ੍ਰੇਡ ਤੋਂ ਬਿਨਾਂ, ਕਿਉਂਕਿ ਸ਼ੁਰੂ ਦੇ ਵਿੱਚ ਜਿਹੜਾ ਇੱਕ ਏਮ ਸੀਗਾ ਈਸਟ ਇੰਡੀਆ ਕੰਪਨੀ ਦਾ ਉਹ ਕੀ ਸੀਗਾ, ਟ੍ਰੇਡ ਸੀਗਾ। ਤੇ ਇੱਥੇ ਇਹਨਾਂ ਨੇ ਕੀ ਕੀਤਾ, ਸਿਰਫ ਕਿ ਈਸਟ ਇੰਡੀਆ ਕੰਪਨੀ ਦੇ ਪਾਸ ਜਿਹੜੇ ਰਾਈਟ ਨੇ ਉਹ ਟ੍ਰੇਡ ਦੇ ਰਹਿਣਗੇ, ਅਦਰਵਾਈਜ਼ ਸਾਰੇ ਜਿਹੜੇ ਰਾਈਟ ਦੂਸਰੇ ਹੈਗੇ ਆ ਜਿਵੇਂ ਪੋਲੀਟੀਕਲ ਦੇ, ਰੈਵਨਿਊ ਦੇ, ਠੀਕ ਹੈ ਜੀ, ਮਿਲਟਰੀ ਦੇ, ਇਹ ਸਾਰੇ ਕਿਸ ਨੂੰ ਦਿੱਤੇ ਗਏ, ਇਨਡਾਇਰੈਕਟ ਕਿਹਨੂੰ, ਬੋਰਡ ਆਫ ਕੰਟਰੋਲ। ਬੋਰਡ ਆਫ ਕੰਟਰੋਲ ਕਿਸ ਦੇ ਅੰਡਰ ਹੈ, ਇੰਗਲੈਂਡ ਦੇ। ਕਲੀਅਰ। ਤਾਂ ਕਰਕੇ ਇੱਥੇ ਕੀ ਸੀ, ਈਸਟ ਇੰਡੀਆ ਕੰਪਨੀ ਨੂੰ ਸਿਰਫ ਉਹੀ ਜਿਹੜਾ ਪਹਿਲਾਂ ਉਹਨਾਂ ਦਾ ਏਮ ਸੀਗੇ ਉਹੀ ਰਾਈਟਸ ਜਿਹੜੇ ਉਹਨਾਂ ਨੂੰ ਦਿੱਤੇ ਗਏ, ਸਿਰਫ ਕਿ ਤੁਸੀਂ ਇਕੱਲੇ ਵਪਾਰ ਦੇ ਉੱਪਰ ਤੁਸੀਂ ਧਿਆਨ ਰੱਖਣਾ ਹੈਗਾ, ਉਹ ਤੁਹਾਨੂੰ ਅਧਿਕਾਰ ਦਿੱਤੇ ਗਏ ਨੇ। ਬਾਕੀ ਜੋ ਅਧਿਕਾਰ ਨੇ, ਬਾਕੀ ਜੋ ਰਾਈਟ ਨੇ ਉਹ ਸਾਰੇ ਬੋਰਡ ਆਫ ਕੰਟਰੋਲ ਦੇਖੇਗਾ। ਦੇਖੋ ਇੱਥੇ ਕੁਝ ਨਾ ਕੁਝ ਪਾਵਰ ਆ ਜਿਹੜੀ ਵਾਪਸ ਲਈ ਜਾ ਰਹੀ ਹੈਗੀ ਈਸਟ ਇੰਡੀਆ ਕੰਪਨੀ ਤੋਂ, ਉਹ ਅਸੀਂ ਦੇਖ ਰਹੇ ਹਾਂਗੇ। ਤਾਂ ਇੱਥੇ ਕੁਝ ਨਾ ਕੁਝ ਪਾਵਰ ਆ ਜਿਹੜੀ ਵਾਪਸ ਉਹ ਲੈ ਗਈ ਹੈਗੀ ਆ। ਕਲੀਅਰ ਜੀ। ਤਾਂ ਇਹ ਵੀ ਤੁਸੀਂ ਯਾਦ ਰੱਖਣਾ ਹੈਗਾ। ਤਾਂ ਇੱਥੇ ਹੀ ਅਸੀਂ ਦੇਖਦੇ ਹੈਗੇ ਆ ਕਿ ਇੱਕ ਤਰ੍ਹਾਂ ਇੰਡਾਇਰੈਕਟ ਤੌਰ 'ਤੇ ਕੀ ਸੀਗਾ, ਸਾਰਾ ਕੰਟਰੋਲ, ਕਿਉਂਕਿ ਦੇਖੋ ਸਾਰੀ ਪਾਵਰ ਤਾਂ ਵਾਪਸ ਹੀ ਲੈ ਲਈ ਨਾ ਇੱਥੇ, ਤਾਂ ਕਰਕੇ ਓਵਰ ਕੰਟਰੋਲ ਸੀਗਾ ਜਿਹੜਾ ਕਰ ਲਿਆ ਗਿਆ ਸੀ ਕਿਸ ਨੂੰ, ਕੰਪਨੀ ਨੂੰ। ਕਿਸ ਦੇ ਦੁਆਰਾ, ਇੰਗਲੈਂਡ ਗੌਰਮੈਂਟ ਦੇ ਦੁਆਰਾ। ਕਲੀਅਰ ਜੀ। ਤਾਂ ਯਾਦ ਰੱਖਿਓ ਇਹ ਸਾਰਾ ਕੰਟਰੋਲ ਆ ਜਿਹੜਾ ਇੱਥੇ ਸਾਨੂੰ ਦੇਖਣ ਨੂੰ ਉਹ ਮਿਲ ਰਿਹਾ ਹੈਗਾ। ਕਲੀਅਰ ਜੀ, ਇਹ ਜ਼ਰੂਰ ਯਾਦ ਰੱਖਣਾ ਹੈਗਾ। ਹੋਰ ਦੇਖਦੇ ਹਾਂ। ਹਾਂਜੀ, ਫਿਰ ਕੀ ਸੀਗੇ, ਦੇਖੋ ਪਹਿਲਾਂ ਇਕੱਲੇ ਅਸੀਂ ਐਕਟ ਪੜ੍ਹ ਰਹੇ ਸੀਗੇ ਕਿ ਹਾਂਜੀ ਐਕਟ, ਹੁਣ ਚਾਰਟ ਐਕਟ ਪੜ੍ਹਾਂਗੇ। ਚਾਰਟ ਐਕਟ ਦਾ ਕੀ ਸੀਗਾ ਕਿ ਚਾਰਟ ਐਕਟ ਕੀ ਹੋਏਗਾ, ਪਹਿਲਾਂ ਤਾਂ ਟਾਈਮ ਪੀਰੀਅਡ ਸੀਗਾ ਇਸ ਦਾ ਕਿ 20 ਸਾਲਾਂ ਬਾਅਦ ਇੱਕ ਚਾਰਟ ਐਕਟ ਆ ਜਿਹੜਾ ਪਾਸ ਹੋਏਗਾ। ਹਾਲਾਂਕਿ ਇਸ ਤੋਂ ਪਹਿਲਾਂ 1813 ਦਾ ਸੀਗਾ। 1813 ਦਾ ਆਪਾਂ ਕਿਉਂ ਨਹੀਂ ਕਵਰ ਕੀਤਾ, ਕਿਉਂਕਿ ਅਸੀਂ ਕੀ ਗੱਲ ਕਰ ਰਹੇ ਹਾਂ, ਇਕੱਲੀ ਅਸੀਂ ਜੋ ਭਾਰਤੀ ਸੰਵਿਧਾਨ ਦਾ ਹਿਸਟੋਰੀਕਲ ਬੈਕਗਰਾਊਂਡ ਆ ਉਸ ਦੇ ਓਵਰਵਿਊ ਨਾਲ ਦੇਖ ਰਹੇ ਹੈਗੇ ਆ ਕਿ ਜੋ ਸਾਨੂੰ ਲੱਗਦਾ, ਦੇਖੋ 1813 ਦਾ ਐਕਟ ਜਿਹੜਾ ਹੈ ਉਹ ਸਾਡੇ ਭਾਰਤੀ ਸੰਵਿਧਾਨ ਨੂੰ ਲੈ ਕੇ ਨਹੀਂ ਹੈ। ਕਲੀਅਰ। ਤਾਂ ਕਰਕੇ ਆਪਾਂ ਇਹਨੂੰ ਐਕਸਪਲੇਨ ਆ ਜਿਹੜਾ ਨਹੀਂ ਕੀਤਾ, ਇਹਨੂੰ ਸਕਿਪ ਕੀਤਾ ਹੈਗਾ। ਕਲੀਅਰ। ਇਹ ਯਾਦ ਰੱਖਿਓ। ਇੱਥੇ 20 ਸਾਲ ਦਾ ਸਮਾਂ ਸੀ 1813 ਤੋਂ ਬਾਅਦ,
1833 ਦੇ ਵਿੱਚ ਕੀ ਸੀਗਾ, ਚਾਰਟ ਐਕਟ ਫਿਰ ਆ ਗਿਆ। ਕਲੀਅਰ। ਹੁਣ ਇੱਥੇ ਦੇਖਦੇ ਹਾਂ ਕਿ ਇੱਥੇ ਕੀ ਕੀ ਚੇਂਜ ਸੀਗਾ ਜਿਹੜਾ ਕੀਤਾ ਗਿਆ ਸੀਗਾ। ਕਲੀਅਰ ਜੀ। ਹੁਣ ਅਸੀਂ ਇਹ ਦੇਖਦੇ ਹੈਗੇ ਆ ਕਿ ਇਸ ਐਕਟ ਦੇ ਅਧੀਨ ਕੀ ਸੀਗਾ ਚੇਂਜ ਜਿਹੜਾ ਹੋਇਆ। ਦੇਖੋ ਇੱਥੇ ਕੀ ਸੀਗੀ, ਉਹੀ ਪੋਸਟ ਫਿਰ ਚੇਂਜ ਕਰ ਦਿੱਤੀ ਗਈ। ਜਿਹੜਾ ਗਵਰਨਰ ਜਨਰਲ ਆਫ ਬੰਗਾਲ ਸੀਗਾ ਉਸ ਨੂੰ ਗਵਰਨਰ ਜਨਰਲ ਆਫ ਇੰਡੀਆ ਕਰ ਦਿੱਤਾ ਗਿਆ। ਕਲੀਅਰ। ਇਹ ਦੇਖੋ ਬਹੁਤ ਵਾਰ ਇਹ ਸਵਾਲ ਰਿਪੀਟ ਹੁੰਦੇ ਆ ਜੀ। ਕਲੀਅਰ। ਗਵਰਨਰ ਜਨਰਲ ਆਫ ਬੰਗਾਲ, ਗਵਰਨਰ ਜਨਰਲ ਆਫ ਇੰਡੀਆ ਕਦੋਂ ਬਣੇ, ਕੌਣ ਬਣਿਆ। ਕਲੀਅਰ ਜੀ। ਕਿਸ ਐਕਟ ਦੇ ਅਧੀਨ ਬਣੇ, ਇੱਥੋਂ ਸਵਾਲ ਬਹੁਤ ਵਾਰ ਆਉਂਦੇ ਆ। ਕਲੀਅਰ। ਤਾਂ ਇੱਥੇ ਅਸੀਂ ਦੇਖਦੇ ਹੈਗੇ ਇਸ ਐਕਟ ਦੇ ਅਧੀਨ ਕੀ ਕਰ ਦਿੱਤਾ ਗਿਆ, ਜੋ ਬੰਗਾਲ ਦਾ ਗਵਰਨਰ ਜਨਰਲ ਸੀਗਾ ਉਸ ਨੂੰ ਗਵਰਨਰ ਜਨਰਲ ਆਫ ਇੰਡੀਆ ਮਤਲਬ ਕਿ ਭਾਰਤ ਦਾ ਗਵਰਨਰ ਜਨਰਲ ਜਿਹੜਾ ਕਰ ਦਿੱਤਾ ਗਿਆ। ਤੇ ਕੌਣ ਸੀਗੇ ਪਹਿਲਾਂ, ਵਿਲੀਅਮ ਬੈਂਟਿੰਗ ਜਿਹੜੇ ਇਹ ਬਣਦੇ ਹੈਗੇ ਆ। ਕਲੀਅਰ। ਤਾਂ ਯਾਦ ਰੱਖਿਓ, ਕਈ ਵਾਰੀ ਇਹ ਵੀ ਆ ਜਾਂਦਾ ਹੈਗਾ ਕਿ ਫਸਟ ਗਵਰਨਰ ਜਨਰਲ ਆਫ ਇੰਡੀਆ ਕੌਣ ਸੀਗੇ, ਤਾਂ ਯਾਦ ਰੱਖਿਓ ਵਿਲੀਅਮ ਬੈਂਟਿੰਗ ਕੀ ਸੀਗੇ, ਫਸਟ ਗਵਰਨਰ ਜਨਰਲ ਆਫ ਇੰਡੀਆ ਸੀਗੇ। ਕਲੀਅਰ ਜੀ। ਓਕੇ, ਯਾਦ ਰੱਖਣਾ ਹੈਗਾ। ਉਸ ਤੋਂ ਬਾਅਦ ਅਸੀਂ ਅੱਗੇ ਦੇਖਦੇ ਹੈਗੇ ਆ ਇਸ ਦੇ ਵਿੱਚ ਹੋਰ ਕੀ ਹੈਗਾ ਗਾ, ਜਿਹੜੇ ਰਾਈਟ ਆਪਾਂ ਉੱਪਰ ਦੇਖੇ ਸੀਗੇ ਕਿਹੜੇ, ਟ੍ਰੇਡ ਦੇ, ਕਿ ਹਾਂ ਜੀ ਈਸਟ ਇੰਡੀਆ ਕੰਪਨੀ ਕੀ ਹੈਗਾ ਟ੍ਰੇਡ ਕਰੇਗੀ, ਟ੍ਰੇਡ ਦੇ ਰਾਈਟ ਸੀਗੇ ਜਿਹੜੇ ਉਹਨਾਂ ਨੂੰ ਦਿੱਤੇ ਗਏ ਸੀ। ਤਾਂ ਇੱਥੇ ਅਸੀਂ ਦੇਖਦੇ ਹੈਗੇ ਆ ਕਿ ਜਿਹੜਾ ਟ੍ਰੇਡ ਦੇ ਰਾਈਟ ਸੀਗੇ ਉਹ ਵੀ ਲੋਸ ਕਰ ਗਈ ਕੰਪਨੀ। ਇੱਥੇ ਚਾਈਨਾ ਦੇ ਨਾਲ ਜਿਹੜੇ ਉਹਨਾਂ ਨੂੰ ਰਾਈਟ ਦਿੱਤੇ ਗਏ ਸੀਗੇ ਵਪਾਰ ਕਰਨ ਦੇ, ਟ੍ਰੇਡ ਕਰਨ ਦੇ, ਉਹ ਵੀ ਉਹਨਾਂ ਤੋਂ ਕੀ ਸੀਗੇ ਵਾਪਸ ਲੈ ਲਏ। ਇਹ ਬਹੁਤ ਵਾਰ ਸਵਾਲ ਆਇਆ ਹੈਗਾ ਕਿ ਚਾਈਨਾ ਦੇ ਨਾਲ ਜਿਹੜਾ ਵਪਾਰ ਦੇ ਅਧਿਕਾਰ ਵਾਪਸ ਕਿਸ ਐਕਟ ਦੇ ਅਧੀਨ ਜਿਹੜੇ ਵਾਪਸ ਲੈ ਗਏ ਸੀ। ਤਾਂ ਯਾਦ ਰੱਖਿਓ ਇਸ ਐਕਟ ਦੇ ਅਧੀਨ ਹੀ ਜਿਹੜੇ ਰਾਈਟ ਸੀਗੇ ਲੂਜ਼ ਕਰ ਗਈ ਸੀਗੀ ਈਸਟ ਇੰਡੀਆ ਕੰਪਨੀ, ਜਾਂ ਉਸ ਤੋਂ ਵਾਪਸ ਜਿਹੜੇ ਇਹ ਲੈ ਗਏ ਸੀਗੇ। ਕਲੀਅਰ ਜੀ। ਓਕੇ, ਇਹ ਵੀ ਤੁਸੀਂ ਯਾਦ ਰੱਖਣਾ ਹੈਗਾ। ਹੋਰ ਦੇਖਦੇ ਇਸ ਐਕਟ ਦੇ ਅਧੀਨ ਕੀ ਸੀਗਾ, ਇੱਥੇ ਕੀ ਸੀਗਾ, ਪਹਿਲੀ ਵਾਰ ਕਿਹਾ ਗਿਆ ਕਿ ਸਿਵਲ ਸਰਵਿਸ ਦੇ ਵਿੱਚ ਕਿ ਜਿਹੜੇ ਇੰਡੀਅਨ ਹੈਗੇ ਆ ਉਹਨਾਂ ਨੂੰ ਤੁਸੀਂ ਪੋਸਟ ਦੇ ਉੱਪਰ ਰੱਖਣਾ ਹੈਗਾ ਗਾ। ਕਲੀਅਰ। ਜੇਕਰ ਉਹਨਾਂ ਦੇ ਵਿੱਚ ਐਲੀਜੀਬਲ ਹੈਗੇ ਆ ਉਹ, ਤਾਂ ਤੁਸੀਂ ਉਹਨਾਂ ਨੂੰ ਪੋਸਟ ਦੇਣੀ ਹੈਗੀ ਆ। ਪਰ ਇੱਥੇ ਗੱਲ ਕਹੀ ਗਈ, ਪਰ ਇੱਥੇ ਹੀ ਅਸੀਂ ਦੇਖਦੇ ਆ ਬੋਰਡ ਆਫ ਕੰਟਰੋਲ ਜਿਹੜਾ ਸੀਗਾ, ਠੀਕ ਆ, ਕੋਡ ਆਫ ਡਾਇਰੈਕਟਰ ਜਿਹੜਾ ਸੀਗਾ ਉਹ ਕੀ ਸੀ, ਦੋ ਚੀਜ਼ਾਂ ਸੀ, ਕੋਡ ਆਫ ਡਾਇਰੈਕਟਰ ਹੈ, ਬੋਰਡ ਆਫ ਕੰਟਰੋਲ। ਕਲੀਅਰ ਜੀ। ਤਾਂ ਇਹਨਾਂ ਦੇ ਦੁਆਰਾ ਕੀ ਸੀਗੇ, ਇਸ ਦੇ ਅਗੇਂਸਟ ਸੀਗੇ। ਕਲੀਅਰ। ਤਾਂ ਜਿਸ ਦੇ ਨਾਲ ਕੀ ਸੀ, ਇਹਨਾਂ ਦੇ ਵਿਰੋਧ ਕਰਨ ਦੇ ਨਾਲ ਜਦੋਂ ਇਹ ਐਂਟੀ ਹੋ ਗਏ, ਜਿਸ ਕਰਕੇ ਕੀ ਸੀਗਾ, ਜਿਹੜਾ ਇਹ ਇੱਕ ਤਰ੍ਹਾਂ ਦਾ ਆਪਾਂ ਕਹਦੇ ਮੁੱਦਾ ਸੀਗਾ, ਇਹਨੂੰ ਇੱਥੇ ਦਾ ਇੱਥੇ ਹੀ ਖਾਤਮਾ ਜਿਹੜਾ ਕਰ ਦਿੱਤਾ ਗਿਆ। ਇਟ ਮੀਨ ਇੱਥੇ ਵੀ ਸਿਵਲ ਸਰਵਿਸ ਦੇ ਵਿੱਚ ਇੰਡੀਆ ਲਈ ਪੋਸਟਾਂ ਹਜੇ ਵੀ ਜਿਹੜੀਆਂ ਨਹੀਂ ਹੋਈਆਂ। ਹਾਲਾਂਕਿ ਕਿਹਾ ਗਿਆ, ਪਰ ਬਾਅਦ ਦੇ ਵਿੱਚ ਜਦੋਂ ਇਸ ਗੱਲ ਦਾ ਵਿਰੋਧ ਹੋਇਆ ਤਾਂ ਇਸ ਨੂੰ ਇੱਥੇ ਹੀ ਖਾਤਮਾ ਜਿਹੜਾ ਕਰ ਦਿੱਤਾ ਗਿਆ ਸੀ। ਕਲੀਅਰ। ਇਹ ਤੁਸੀਂ ਯਾਦ ਰੱਖਣਾ ਹੈਗਾ। ਕਈ ਵਾਰੀ ਆ ਜਾਂਦਾ ਕਿ ਸਿਫਾਰਿਸ਼ ਕੀਤੀ ਗਈ ਸਿਵਲ ਸਰਵਿਸ ਦੇ ਲਈ, ਕਿਸ ਦੇ ਲਈ, ਜਿਹੜੇ ਇੰਡੀਅਨ ਹੈਗੇ ਆ, ਪਰ ਫਿਰ ਉਸ ਨੂੰ ਉੱਥੇ ਹੀ ਖਾਤਮਾ ਜਿਹੜਾ ਕਰ ਦਿੱਤਾ ਗਿਆ ਸੀ। ਕਲੀਅਰ। ਤੁਸੀਂ ਯਾਦ ਰੱਖਣਾ ਹੈਗਾ ਕਿ ਕਿਉਂ ਖਤਮ ਕੀਤਾ ਗਿਆ, ਕਲੀਅਰ, ਕਦ ਖਤਮ ਕੀਤਾ ਗਿਆ। ਚਲੋ ਜੀ ਅੱਗੇ ਚੱਲਦੇ ਹਾਂ। ਦੇਖੋ ਫਿਰ ਅਸੀਂ ਅਗਲਾ ਦੇਖਦੇ ਹਾਂ ਚਾਰਟ ਐਕਟ ਜਿਹੜਾ ਸਾਡਾ ਹੈ 1853 ਦਾ। ਦੇਖੋ 20 ਸਾਲਾਂ ਬਾਅਦ ਫਿਰ ਹੈ ਜੀ। ਹੁਣ ਅਸੀਂ 20 ਸਾਲਾਂ ਦੀ ਗੱਲ ਕਰਦੇ ਆ ਰਹੇ ਸੀ ਕਿ 20 ਸਾਲਾਂ ਬਾਅਦ ਆ, ਪਰ ਹੁਣ ਇੱਥੇ ਕੀ ਸੀਗਾ, ਇੱਥੇ ਕੀ ਹੈਗਾ ਕਿ ਅੱਜ ਤੋਂ ਬਾਅਦ ਟਾਈਮ ਫਿਕਸ ਨਹੀਂ ਹੋਏਗਾ, ਕਿ ਜ਼ਰੂਰੀ ਨਹੀਂ ਹੈ 20 ਸਾਲਾਂ ਬਾਅਦ ਹੀ ਅਸੀਂ ਐਕਟ ਪਾਸ ਕਰਾਂਗੇ ਜਾਂ ਕੋਈ ਨਵੀਂ ਪਾਲਿਸੀ ਲੈ ਕੇ ਆਵਾਂਗੇ। ਆਪਾਂ ਪਾਲਿਸੀ ਕਹਿ ਸਕਦੇ ਹਾਂ ਕਿ ਜਦੋਂ ਵੀ ਸਾਨੂੰ ਲੱਗੇਗਾ ਕਿ ਪਾਲਿਸੀ ਦੀ ਜ਼ਰੂਰਤ ਹੈ ਤਾਂ ਉਦੋਂ ਹੀ ਉਹ ਬਣ ਸਕਦੀ ਹੈਗੀ। ਇਟ ਮੀਨ ਇੱਥੇ ਕੀ ਹੈਗਾ 20 ਸਾਲ ਦੀ ਕੋਈ ਬੌਂਡਿੰਗ ਆ ਜਿਹੜੀ ਨਹੀਂ ਰਹੇਗੀ। ਕਲੀਅਰ। ਕਿ 20 ਈਅਰ ਜਿਹੜਾ ਹੈਗੇ ਆ ਉਹ ਇੱਥੇ ਬੌਂਡਿੰਗ ਨਹੀਂ ਰਹਿਣਗੇ ਕਿ ਹਾਂਜੀ 20 ਸਾਲ ਹੀ ਚਾਹੀਦਾ, ਉਸ ਤੋਂ ਬਾਅਦ ਹੀ ਅਸੀਂ ਕੋਈ ਲਾ ਜਿਹੜਾ ਬਣਾਵੇ ਉਹ ਖਤਮ ਕਰ ਦਿੱਤਾ ਗਿਆ। ਦੇਖ ਰਹੇ ਨਾ ਇੱਥੇ ਕਿ ਇੱਥੇ ਪੂਰੀ ਤਰ੍ਹਾਂ ਕੀ ਹੈਗਾ ਗਾ ਕੰਟਰੋਲ ਆ ਜਿਹੜਾ ਕੌਣ ਕਰ ਰਿਹਾ ਹੈਗਾ, ਇੰਗਲੈਂਡ ਕਰ ਰਿਹਾ ਕਿਸ ਦੇ ਉੱਪਰ, ਈਸਟ ਇੰਡੀਆ ਕੰਪਨੀ ਨੂੰ ਖਤਮ ਕਰਨ ਦੇ ਪੂਰੀ ਤਰ੍ਹਾਂ ਜ਼ੋਰ ਆ। ਜਿਹੜਾ ਆਪਾਂ ਉੱਪਰ ਵੀ ਦੇਖਿਆ, ਦੇਖੋ ਟ੍ਰੇਡ ਦੇ ਰਾਈਟ ਲੈ ਗਏ। ਕਲੀਅਰ। ਹਰ ਤਰ੍ਹਾਂ ਕੀ ਸੀਗਾ, ਸਾਰਾ ਜਿਹੜਾ ਅਧਿਕਾਰ ਸੀਗਾ ਉਹ ਕਿਸ ਦਾ ਹੋ ਰਿਹਾ, ਹੁਣ ਇੰਗਲੈਂਡ ਦਾ ਹੋ ਰਿਹਾ, ਇੰਗਲੈਂਡ ਗੌਰਮੈਂਟ ਦਾ ਹੋ ਰਿਹਾ। ਕਲੀਅਰ ਜੀ। ਓਕੇ। ਈਸਟ ਇੰਡੀਆ ਕੰਪਨੀ ਦਾ ਐਰਾ ਜਿਹੜਾ ਖਤਮ ਹੁੰਦਾ ਜਾ ਰਿਹਾ ਹੈਗਾ। ਕਲੀਅਰ। ਇੱਥੇ ਵੀ ਅਸੀਂ ਉਹੀ ਚੀਜ਼ ਆ ਜਿਹੜੀ ਦੇਖਾਂਗੇ। ਤਾਂ ਇੱਥੇ ਕੀ ਸੀਗਾ, ਸਭ ਤੋਂ ਪਹਿਲਾਂ ਜੇਕਰ ਇੱਥੇ ਅਸੀਂ ਗੱਲ ਕਰਦੇ ਹਾਂ, ਜਿਹੜੀ ਉੱਪਰ ਆਪਾਂ ਗੱਲ ਕੀਤੀ ਸੀ ਸਿਵਲ ਸਰਵਿਸ ਦੀ ਜਿਹੜੀ ਗੱਲ ਕੀਤੀ ਗਈ ਸੀ, ਇਹ ਓਪਨ ਕਰ ਦਿੱਤਾ ਗਿਆ ਇੱਥੇ ਇੰਡੀਅਨ ਲਈ। ਕਲੀਅਰ। ਤਾਂ ਯਾਦ ਰੱਖਿਓ ਸਾਰੇ ਇੰਡੀਅਨ ਲਈ ਕੀ ਸੀਗਾ, ਇਸ ਨੂੰ ਓਪਨ ਸੀਗਾ ਜਿਹੜਾ ਕਰ ਦਿੱਤਾ ਗਿਆ। ਹਾਲਾਂਕਿ ਓਪਨ ਦੀ ਸਿਫਾਰਿਸ਼ ਕਦ ਕੀਤੀ ਗਈ ਸੀ 1833 ਦੇ ਵਿੱਚ, ਪਰ ਉੱਥੇ ਉਸ ਨੂੰ ਰੱਦ ਕਰ ਦਿੱਤਾ ਗਿਆ ਸੀਗਾ। ਤਾਂ ਦੁਬਾਰਾ ਤੋਂ ਅਸੀਂ ਦੇਖ ਰਹੇ 1853 ਦੇ ਵਿੱਚ ਕੀ ਸੀਗਾ, ਓਪਨ ਕਰ ਦਿੱਤਾ ਗਿਆ ਸਿਵਲ ਸਰਵਿਸ ਦੇ ਲਈ ਕਿ ਜਿਹੜੇ ਇੰਡੀਅਨ ਹੈਗੇ ਉਹ ਸਿਵਲ ਸਰਵਿਸ ਦੇ ਵਿੱਚ ਕੀ ਆ ਸਕਦੇ ਹੈਗੇ ਆ। ਤਾਂ ਇਸੇ ਕਰਕੇ ਹੀ ਇੱਕ ਕਮੇਟੀ ਜਿਹੜੀ ਉਰੇ ਬਣਾਈ ਗਈ ਸੀਗੀ
कई बार ये सवाल बहुत बार आ गया। मैकाले कमेटी जिहड़ी सीगी 1858 दी वो किस दे नाल संबंधित है, कई बार आ जाता है। तो याद रखियो कि जो ओपन कर दिता गया सी इंडिया के लिए सिविल सर्विस का, तो उस दे लई की सी कि कमेटी जिहड़ी ये बनाई गई सी। क्लीयर, तुसीं याद रखना है कि कई बार डायरैक्ट आ जाता है मैकाले जिहड़ी कमेटी सीगी, एक्ट की गल नहीं कर रहे आपां, मैकाले एक्ट भी है, एक कमेटी आ कि मैकाले जिहड़ी कमेटी सीगी वो किस दे नाल संबंधित सीगी, तो तुसीं याद रखना सिविल सर्विस दे नाल वो जिहड़ी संबंधित सीगी। तो इत्थे असीं देखते हैं सिविल सर्विस जिहड़ी ओपन हो चुकी है इंडियन लोगों लई। क्लीयर जी, ओके। होर देखते हैं होर की सीगा इस एक्ट दे अधीन की पहली बार असीं देखिया हैगा कि सारा सारा जिहड़ा जोर से किस दे उपर दे दिता गया कि हाँ जी सब तो ज़्यादा ग्रोथ किस दी होगी, गवर्नर जनरल की पोस्ट की, कि उसनूं पावर दे दो। क्लीयर, गवर्नर जनरल नूं क्यों, क्योंकि इनडायरैक्ट तौर पर की हैगा उन्हां दे द्वारा ही ये किस दा एक तरह का ये उपर कंट्रोल किने करना है, इंग्लैंड ने करना है। इत्थे इहनूं पावर दे दी गई थोड़ी बहुती हो, पर इत्थे नाल ही की कर दिता गया जिहड़े 2 पार्ट सीगे इत्थे असीं देख रहे हैं उन्हां नूं अलग अलग कर दिता गया। जिस तरह विधान सभा नूं ते कार्यपालिका नूं दोनां नूं की सीगा अलग अलग कर दिता गया। देखो विधान सभा का की हुंदा हैगा जिहड़ी की करदी है कानून बनाउंदी हुंदी सीगी। क्लीयर, ओके, कानून उसने बनाता जी, ठीक है। उस तो बाद कार्यपालिका जिहड़ा उस पर काम करेगी। हुण ये दोनों नूं की कर दिता गया, अलग कर दिता गया। क्लीयर, कि पहला किसी सारे सारिया जिहड़ियां पावर हैगे ने, कोई गवर्नर जनरल उन्होंने वरत रहा है तो इत्थे सारे सारिया वापस ले लेंगियां। क्लीयर, उसनूं अलग कर दिता गया कि वो इकट्ठे नहीं होणगे, वो पावर नूं किसी अलग कर दिता गया। क्लीयर, तो यह भी एक बहुत जिहड़ा स्टैप सीगा इंग्लैंड गौरमेंट का जिहड़ा इसनूं अलग कर दिता गया। उस तो बाद होर देखते आपां होर की सीगा उरे कौंसल दे विच की सीगा जिहड़े 6 मैंबर सीगे। क्लीयर, हुण 6 तो करके किन्ने कर दिते गए वो, क्लीयर, तो याद रखियो 6 दे विचों किन्ने कर दिते गए सी, वो वधा के 12 जिहड़े कर दिते गए सी। क्लीयर, तो याद रखियो 12 जिहड़े वो हो गए सी, जिहड़े पहला 6 मैंबर सीगे कौंसल दे विचों वो 12 आ जिहड़े उरे कर, मतलब कि हुण ये जिहड़े व्यक्ति है किस दे हैगे आ, इंग्लैंड के द्वारा ही अपॉइंट आ जिहड़े हो रहे हैं। क्लीयर, तो देखो इत्थे असीं देख रहे हैं ओवरऑल की हैगा कि ईस्ट इंडिया कंपनी तकरीबन खत्म आ जिहड़ी हो रही है। क्लीयर, तो सारी पावर किस दे पास आ रही हैगी आ, इनडायरैक्ट तौर पर इंग्लैंड के पास ही सारी पावर आ जिहड़ी इत्थे सानूं देखण नूं मिल रही है। क्लीयर जी, ओके। लो जी, फिर असीं देखते हैगे आ इस तो पहला थोड़ा जिहा। क्लीयर, इत्थे असीं एक्ट देख रहे 1858 का। क्लीयर जी, 1858 का एक्ट देख रहे हैं। इस तो पहला रिवोल्ट हुंदा हैगा 1857 का। क्लीयर, क्योंकि इंग्लैंड नूं की सी, इंग्लैंड गौरमेंट नूं की सीगा कि उन्हां नूं एक इदां दा स्ट्रोंग पॉइंट चाहिदा सी कि जिस दे नाल ओह ईस्ट इंडिया देखो सारे पहला खत्म कर दिते गए, जिस तरह आप कह दिंदे आ कि नहत्ते कर दिता गया सी ईस्ट इंडिया कंपनी नूं। पर हुण एक इस तरह का वो मौका लभ रहे सी कि जिस दे नाल कि इसनूं प्रॉपर खत्म किया जाए। तो इत्थे की सीगा 1857 का जिहड़ा रिवोल्ट होया कित्थे, इंडिया दे विच विद्रोह जिहड़ा होया सी ना 1857 का। तो इत्थे की सीगा जिहड़े मौके की तलाश सीगी उन्हां नूं मिल गया सी। जदों यह रिवोल्ट होया तो इत्थे की सीगा गौरमेंट ने देखिया, इंग्लैंड की गौरमेंट ने देखिया कि जिहड़ी ईस्ट इंडिया कंपनी वो कंट्रोल नहीं कर पा रही किसनूं, भारत नूं। इस करके की हैगा सारी दी सारी जिहड़ी पावर हैगी आ ईस्ट इंडिया कंपनी तो वापस लई जाती हैगी आ, तो ईस्ट इंडिया कंपनी नूं की कर दिता जांदा इत्थे खत्म किया जाता है। इत्थे तुसीं देख लो कि ईस्ट इंडिया कंपनी नूं जिहड़ा इस एक्ट दे अधीन की वो खत्म आ जिहड़ा किया जाओ, पर उहदा मेन इशू की रहा सी 1857 का जिहड़ा रिवोल्ट सीगा। क्लीयर, ये तुसीं जरूर याद रखना कई बार आ, क्योंकि थोड़ा जिहा आपां नूं पता होना चाहिए कि क्यों ये एक्ट आया फिर। क्लीयर, कि एट ए टाइम कि इदां दी किहड़ी घटना हुई कि एट दी टाइम उन्होंने डिसीजन लिया। देखो 1857 आपां देखिया रिवोल्ट नूं जदों होया, रिवोल्ट नूं खत्म करदे करदे 1858 आ जिहड़ा असीं देखिया सी आ गया सी। तो इत्थे एक एक्ट जिहड़ा पास होया 1858 का। देखो इत्थे होर की सीगा जिहड़ा पहला उपर आपां देखिया सीगा कि जिहड़ा टाइम सीगा आ देख रहे सी ना इत्थे आपां कि जिहड़ा टाइम सीगा फिक्स नहीं कर दिता गया। 53 दे विच इह गल की सी इन्हां ने, तो इन्हां नूं भी पता सी कि बहुत जल्दी असीं कोई ना कोई इदां दा ला जिहड़ा पास करना गा। तो इत्थे असीं देखदे आ 1858 मतलब कि थोड़े टाइम बाद कुछ क सालां बाद ही एक एक्ट आ जिहड़ा पास कर दिता गया। देखो मतलब कि प्री प्लैनिंग जिहड़ी सीगी पहलां तो सीगी गौरमेंट दी। क्लीयर, तो इत्थे की सीगा
ईस्ट इंडिया कंपनी नूं की कर दिता गया जी, इत्थे खत्म कर दिता गया। क्लीयर। हुण राज इंडिया के उपर किसका रहेगा? इंग्लैंड की गौरमेंट का रहेगा, जो इंग्लैंड की जिहड़ी राणी है, इंग्लैंड का जिहड़ा एक तरह इंग्लैंड ही राज करेगा किस दे उपर? इंडिया के उपर। क्लीयर। तो सारे सारे जिहड़े राइट ने वो टेक ओवर कर ले गए किस दे? कंपनी दे। किसने? जिहड़ी इंग्लैंड की गौरमेंट सी उन्हां दे द्वारा सारे सारे जिहड़े राइट सीगे जां सारी सारी जिहड़ी पावर सीगी वो वापस ले लेगी। क्लीयर। तो इत्थे ईस्ट इंडिया कंपनी नूं की कर दिता गया जी? खत्म। कई वारी आ जाता हैगा, देखो 1600 ਦੇ ਵਿੱਚ ਅਸੀਂ देखा सी कि बनी आ ईस्ट इंडिया कंपनी 1858 ਦੇ ਵਿੱਚ की कर दिता गया? उसनूं खत्म कर दिता गया। क्लीयर। ये तुसीं जरूर याद रखना हैगा, ये सफ़र सीगा ईस्ट इंडिया कंपनी का। क्लीयर। इनू जरूर याद रखना, कई बार आ जाता हैगा। क्लीयर जी। बाकी जो ये बारे डिटेल च पढ़ांगे आप, जो आप हिस्टरी के पार्ट पढ़ांगे, हिस्टरी के टॉपिक पढ़ांगे, उदों आप इन्होंने डीप दे विच कवर करांगे। क्लीयर जी। चलो देखते हैं होर इत्थे की होया। सैकटरी ऑफ स्टेट की एक पोस्ट जिहड़ी इत्थे क्रिएट कर दी गई। क्लीयर। इत्थे क्रिएट हुई, इस दे नाल की सीगे 15 होर जिहड़े मैंबर इस दे नाल रख दिते गए। क्लीयर। 1947 तक जिहड़ी ये पोस्ट फिर रहेगी। क्लीयर। ये भी तुसीं ध्यान रखना हैगा कि जिहड़ी पोस्ट सीगी किहड़ी पोस्ट कदों निकल के आई, तो ये भी तुसीं जरूर याद रखना। बोर्ड ऑफ कंट्रोल वगैरह भी इत्थे जिहड़ा खत्म सीगा वो कर दिता गया सीगा। क्लीयर। ये भी तुसीं याद रखना हैगा कि बोर्ड ऑफ कंट्रोल भी इत्थे खत्म करके एक नवा जिहड़ा सिस्टम हैगा वो इत्थे बिल्ड कर दिता गया, जिस दे नाल की हैगे 15 मैंबर होर जिहड़े इनवॉल्व कर दिते गए। क्लीयर जी। तो यही असीं देखते 1947 तक जिहड़ा यही ही जिहड़ा इत्थे नवा उहदा जिहड़ा बनिया हैगा, तो यही काम करदा हैगा उस समय तक। क्लीयर। होर असीं देखते गवर्नर जनरल ऑफ इंडिया की जिहड़ी पोस्ट सी उसनूं खत्म करके एक नवीं पोस्ट जनरेट कर दित्ती गई, जिसका नाम सीगा वाइस राय ऑफ इंडिया। क्लीयर। देखो पहला गवर्नर सीगा बंगाल का, फिर की सीगा गवर्नर जनरल बंगाल का सी, फिर गवर्नर जनरल ऑफ इंडिया बनया, फिर उसनूं भी खत्म कर दिता गया। क्लीयर। फिर किहड़ा बन दिता है? वाइस राय। हुण वाइस राय बनेगा, ना कि गवर्नर जनरल कहा जाएगा उसनूं। देखो जिहड़े ये टर्म इत्थों सवाल बहुत बार रिपीट होंदा हैगा कि जिहड़ी ये टर्मां सी किहड़े टाइम टू टाइम किहड़े एक्ट दे अधीन इन्हां नूं चेंज कर लिया गया, तो वह भी तुसीं जरूर याद रखना हैगा गा। कई बार ये भी सवाल आ जिहड़ा बहुत बार रिपीट आ जिहड़ा हुंदा हैगा। क्लीयर। याद रखियो कैनिंग की सीगे, इत्थे साडे वाइस राय सीगे। क्लीयर। ये भी तुसीं याद रखना हैगा गा। तो इत्थे असीं देखिया हैगा गा कि जिहड़ा टाइम पीरियड सीगा आपां देखिया सीगा, आपां स्टार्टिंग ते गल करी सी एक्टां दी, क्योंकि इत्थे असीं देख रहे हैं ना कि सारी सारी पावर आ जिहड़ी पहलां ईस्ट इंडिया कंपनी तो किस तरह वापस ले ली गई, तो सार दे उपर कंट्रोल किसने किया? इंग्लैंड की गौरमेंट ने। तो उत्थे दी जिहड़ी गौरमेंट हैगी वो सेम दी सेम इंडिया दे विच सिस्टम ऑपरेट हैगा। क्लीयर। थोड़ा बहुत उहदे विच चेंज आ, तां करके यह हिस्टोरीकल बैकग्राउंड हैगा किसदा? भारती संविधान का। क्लीयर। याद रखियो। देखो कित्थों आपां पढ़े 73 ਦੇ एक्ट तो आप स्टार्ट किया सी, उस तो बाद ਜਿਹੜੇ ਜਿਹੜੇ एक्ट आए उन्होंने ਦੀ इंपोर्टेंस की सी वो आप देखते गए। हुण असीं इस सैकेंड पार्ट दे विच देखांगे। सैकेंड पार्ट साडा की होएगा 58 तो लैके 1947 तक दे देखांगे कि इस दे दौरान फिर कुछ एक्ट बन गए। हुण इत्थे डायरैक्ट की होएगा? इंग्लैंड की गौरमेंट होएगी जी। क्लीयर। तो इंग्लैंड की गौरमेंट के द्वारा टाइम टू टाइम किया कुछ एक्ट जिहड़े पास किए जाएंगे। अखीर में जाके देखेंगे 1947 दे विच जिहड़ा फिर एक इंडिया हैगा वो टोटल उन्होंने फ्रीडम आ जिहड़ी फुल फ्रीडम आ जिहड़ी मिल जाती है। तो वो असीं सैकेंड पार्ट दे विच देखेंगे। साडा फस्ट पार्ट सीगा क्लीयर जी, भारतीय संविधान का हिस्टोरीकल बैकग्राउंड की सीगा। आई होप तुहानूं सारा दा सारा क्लीयर होया होगा कि किस तरह की सीगा भारतीय जिहड़ा संविधान बनिया उसका बैकग्राउंड है की सीगी। क्लीयर। ओके जी। जेकर तुहानूं साडा चैनल ਜਾਂ ਤੁਹਾਨੂੰ ਸਾਡੀ ਵੀਡੀਓ ਬਹੁਤ ਜੇਕਰ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਧੰਨਵਾਦ।